ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਫਿਲਮਾਂ ਦੇ ਇੱਕ ਨਾਮਵਰ ਅਦਾਕਾਰ ਅਦੀਬ ਸਾਹਿਬ ਦੇ। ਅਦੀਬ ਸਾਹਿਬ ਦਾ ਪੂਰਾ ਨਾਮ ਮੁਜ਼ੱਫਰ ਅਦੀਬ ਸੀ। ਇਹਨਾਂ 'ਤੇ ਗੱਲ ਕਰਨ ਦੀ ਮੈਨੂੰ ਲੋੜ ਤਾਂ ਮਹਿਸੂਸ ਹੋਈ ਕਿ ਇਹ ਸਾਡੇ ਪੰਜਾਬ ਦਾ ਇੱਕ ਸਾਂਝਾ ਸਰਮਾਇਆ ਨੇ। ਅਤੇ ਚੰਦ ਦਿਨ ਪਹਿਲੇ ਮੈਂ ਜਦੋਂ ਚਮਕੀਲੇ ਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਅਤੇ ਦੋਸਤਾਂ ਨੇ ਬੜਾ ਉਹਨੂੰ ਪਸੰਦ ਕੀਤਾ। ਫਿਰ ਮੈਂ ਇੱਕ ਪਿਛਲੇ ਵੀਲੌਗ ਦੇ ਵਿੱਚ ਹਜ਼ਾਰਾ ਸਿੰਘ ਰਮਦਾ ਦੇ ਉੱਤੇ ਵੀ ਥੋੜ੍ਹੀ ਜਿਹੀ ਗੱਲ ਕੀਤੀ ਅਤੇ ਉਹਨੂੰ ਵੀ ਦੋਸਤਾਂ ਨੇ ਬੜਾ ਚੰਗਾ ਰਿਸਪੌਂਸ ਦਿੱਤਾ। ਅਤੇ ਮੇਰਾ ਖਿਆਲ ਆਇਆ ਕਿ ਮੈਂ ਆਪਣੇ ਜਿਹੜੇ ਤਾਰੀਖ ਦੇ ਔਰ ਕਲਚਰ ਦੇ ਜਿਹੜੇ ਮੌਜ਼ੂਆਤ ਨੇ ਉਹਨਾਂ ਨੂੰ ਨਾਲ ਲੈ ਕੇ ਟੁਰਾਂ ਕਰੰਟ ਅਫੇਅਰਸ ਦੇ ਨਾਲ। ਅਤੇ ਇੱਕ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਵੇਖਣ ਵਾਲਿਆਂ ਵਾਸਤੇ ਕਿ ਕਰੰਟ ਅਫੇਅਰਸ ਦਾ ਹੀ ਉਹਨਾਂ ਉੱਤੇ ਭਾਰ ਰਵੇ। ਕਰੰਟ ਅਫੇਅਰਸ ਦਾ ਇਹ ਵੀ ਚੀਜ਼ਾਂ ਵੀ ਹਿੱਸਾ ਨੇ ਅਤੇ ਅੱਜ ਕੱਲ੍ਹ ਲੋਕਾਂ ਨੇ ਇਹਨੂੰ ਕੱਢ ਦਿੱਤਾ ਅਤੇ ਜਿਹਦੀ ਵਜ੍ਹਾ ਨਾਲ ਮਨੋਟਨੀ ਜੀ ਪੈਦਾ ਹੋ ਗਈ। ਬਹਰਹਾਲ ਅਸੀਂ ਅਦੀਬ ਸਾਹਿਬ ਦੇ ਉੱਤੇ ਗੱਲ ਕਰਾਂਗੇ। ਜ਼ਾਤੀ ਤੌਰ 'ਤੇ ਉਹਨਾਂ ਨਾਲ ਮੇਰਾ ਇੰਟਰੈਕਸ਼ਨ ਹੋਇਆ। ਇਹ ਗਾਲਬਨ 2003-04 ਦੀ ਗੱਲ ਹੈ ਅਤੇ ਮੈਂ ਇੱਕ ਅਖਬਾਰ ਦੇ ਵਿੱਚ ਕੰਮ ਕਰਨਾ ਸਾਂ ਅਤੇ ਰਿਸੈਪਸ਼ਨ ਦੇ ਉੱਤੇ ਖਬਰ ਆਈ, ਇਤਲਾਹ ਮਿਲੀ ਕਿ ਜਨਾਬ ਅਦੀਬ ਸਾਹਿਬ ਆਏ ਨੇ। ਉਹ ਪਹਿਲੇ ਤਾਂ ਸਾਨੂੰ ਅੰਦਾਜ਼ਾ ਨਾ ਹੋਇਆ ਕਿ ਅਦੀਬ ਕੌਣ, ਅਤੇ ਉਹ ਰਿਸੈਪਸ਼ਨਿਸਟ ਨੂੰ ਪੁੱਛਿਆ ਅਤੇ ਉਹਨੇ ਕਿਹਾ ਜੀ ਜਿਹੜੇ ਫਿਲਮਾਂ ਦੇ ਮਸ਼ਹੂਰ ਐਕਟਰ ਨੇ ਅਦੀਬ ਉਹ ਨੇ। ਖੈਰ ਉਹਨਾਂ ਨੂੰ ਬੁਲਾਇਆ ਗਿਆ ਅਤੇ ਅਦੀਬ ਸਾਹਿਬ ਨੇ ਸਾਡੇ ਕੋਲ ਕੀ ਬਹਿਣਾ ਸੀ, ਉਹ ਫੌਰੀ ਤੌਰ 'ਤੇ ਇਤਲਾਹ ਜਿਹੜੇ MD ਸਨ ਸਾਡੇ ਉਹਨਾਂ ਤੱਕ ਗਈ ਚਲੀ ਅਤੇ ਉਹਨਾਂ ਨੇ ਅਦੀਬ ਸਾਹਿਬ ਨੇ ਵੀ ਸ਼ਾਇਦ ਖਵਾਹਿਸ਼ ਦਾ ਇਜ਼ਹਾਰ ਕੀਤਾ ਕਿ ਮੈਨੂੰ MD ਸਾਹਿਬ ਨਾਲ ਮਿਲਾਓ। ਉਹ ਮਿਲੇ ਅਤੇ MD ਸਾਹਿਬ ਨੇ ਸਾਡੇ ਕੋਲ ਕਰ ਦਿੱਤਾ ਜੀ ਕਿ ਇਹਨਾਂ ਦਾ ਇੰਟਰਵਿਊ ਕਰੋ। ਅਸੀਂ 2-3 ਦੋਸਤ ਜਿਹੜੇ ਸਾਂ ਫੋਰਮ ਹਾਲ ਦੇ ਵਿੱਚ ਬਹਿ ਗਏ ਅਤੇ ਉਹਨਾਂ ਦਾ ਇੰਟਰਵਿਊ ਸ਼ੁਰੂ ਕਰਤਾ। ਉਹਦੇ ਵਿੱਚ ਗੁਲਚਮਨ ਸ਼ਾਹ ਸਾਹਿਬ ਜਿਹੜੇ ਸਾਡੇ ਫੋਰਮ ਦੇ ਐਡੀਟਰ ਸਨ ਉਹਨਾਂ ਨੇ ਮੈਨੂੰ ਵੀ ਬੁਲਾ ਲਿਆ। ਮੇਰੀ ਚੂੰਕਿ ਦਿਲਚਸਪੀ ਕਲਚਰ ਦੇ ਨਾਲ ਵੀ ਹੈਗੀ ਹੈ ਅਤੇ ਇਸ ਹਵਾਲੇ ਨਾਲ ਤਾਂ ਉਹਨਾਂ ਨੇ ਬੁਲਾ ਲਿਆ। ਉੱਥੇ ਬੈਠੇ ਅਸੀਂ ਅਤੇ ਉਹਨਾਂ ਨੇ ਇੱਕ ਬੜੀ ਗੱਲ ਕੀਤੀ ਅਦੀਬ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਪਿਆਰੇ ਭਾਈ ਮੈਂ ਆਇਆ ਮੈਂ ਇੱਥੇ ਕਿ ਮੇਰੇ ਘਰ ਆਟਾ ਨਹੀਂ ਹੈਗਾ, ਮੇਰੇ ਘਰ ਹਾਲਾਤ ਬਹੁਤ ਖ਼ਰਾਬ ਨੇ ਅਤੇ ਮੈਂ ਆਇਆ ਵਾਂ ਕਿ ਮੈਨੂੰ ਤੁਸੀਂ ਕੋਈ 4,000 ਦੀ ਨੌਕਰੀ ਦੇ ਦਿਓ। 4,000 ਉਦੋਂ ਵੀ 2004-03 ਦੇ ਵਿੱਚ ਵੀ ਮਾਮੂਲੀ ਰਕਮ ਹੀ ਹੈਗੀ ਸੀ। ਅਤੇ ਉਹਨਾਂ ਕਿਹਾ ਮੇਰੀ ਇਹ ਖਵਾਹਿਸ਼ ਹੈ ਕਿ ਤੁਸੀਂ ਮੈਨੂੰ ਇਹਦੀ ਕੋਈ ਛੋਟੀ ਜਿਹੀ ਇੱਥੇ ਨੌਕਰੀ ਦੇ ਦਿਓ ਤਾਂ ਕਿ ਮੈਂ ਘਰ ਆਪਣਾ ਚਲਾ ਸਕਾਂ। ਸਾਡੇ ਦਿਲ ਨੂੰ ਇੱਕ ਹੱਥ ਪਿਆ ਕਿ ਇੱਕ ਸੀਨੀਅਰ ਐਕਟਰ, ਇੱਕ ਬਜ਼ੁਰਗ ਐਕਟਰ ਜਿਹਨੇ ਸਾਰੀ ਜ਼ਿੰਦਗੀ ਫਿਲਮ ਇੰਡਸਟਰੀ ਨੂੰ ਦਿੱਤੀ ਔਰ ਬੜੀ ਖਿਦਮਾਤ ਨੇ, ਬੜੀਆਂ ਮਸ਼ਹੂਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਮੈਂ ਉਹਨਾਂ ਕੁਝ ਫਿਲਮਾਂ ਦੇ ਨਾਮ ਹੀ ਲਿਖੇ ਅਤੇ ਮਤਲਬ ਚੂੜੀਆਂ ਫਿਲਮ ਦੇ ਵਿੱਚ ਉਹਨਾਂ ਦਾ ਨਾਂ ਹੈ, ਮੌਲਾ ਜੱਟ, ਹਥਿਆਰ, ਵਹਿਸ਼ੀ ਗੁੱਜਰ, ਸ਼ੇਰ ਖਾਨ, ਬਹਿਰਾਮ ਡਾਕੂ, ਮੋਤੀ ਡੋਗਰ, ਕਾਲੀਆ, ਪੁਕਾਰ, ਝੂਰਾ, ਗੁੰਡਾ ਰਾਜ। ਇਹ ਪੰਜਾਬੀ ਫਿਲਮਾਂ। ਉਰਦੂ ਫਿਲਮਾਂ ਦੇ ਵਿੱਚ ਬਹੁਤ ਉਹਨਾਂ ਨੇ ਨਾਲ ਪਹਿਲੇ ਕੰਮ ਕਰਦੇ ਰਹੇ। ਪਹਿਲੀ ਇਹ 'ਚ ਕਨੀਜ਼, ਆਦਲ, ਬਾਗੀ ਸਰਦਾਰ, ਹਾਤਮ ਤਾਈ, ਮਹਿਲ, ਨਾਜ਼, ਆਂਸੂ ਬਨ ਗਏ ਮੋਤੀ, ਦੁਸ਼ਮਨ, ਸ਼ੀਰੀ ਫਰਹਾਦ ਅਤੇ ਹੈਦਰ ਅਲੀ, ਇਹ ਜੋਸ਼, ਸੰਗਰਾਮ, ਯੇ ਅਮਨ, ਇਹ ਫਿਲਮਾਂ। ਔਰ ਉਹਨਾਂ ਨੇ ਕੋਈ 1500 ਫਿਲਮਾਂ ਦੇ ਵਿੱਚ ਕੰਮ ਕੀਤਾ। ਮੈਂ ਅਦੀਬ ਸਾਹਿਬ ਨੂੰ ਪੁੱਛਿਆ, ਮੈਂ ਕਿ ਸਰ ਇਸ ਮੌਕੇ ਦੇ ਉੱਤੇ ਜ਼ਾਹਿਰ ਇਹ ਬੜੀ ਮੁਨਾਸਿਬ ਸ਼ਾਇਦ ਮੈਨੂੰ ਨਹੀਂ ਲੱਗੇਗਾ ਇਹ ਸਵਾਲ ਪੁੱਛਣਾ, ਲੇਕਿਨ ਬਣਦਾ ਵੀ ਕਿ ਤੁਸੀਂ ਇੰਨੀਆਂ ਫਿਲਮਾਂ 'ਚ ਕੰਮ ਕੀਤਾ, ਸੈਂਕੜਾਂ ਫਿਲਮਾਂ ਦੇ ਵਿੱਚ, ਅਤੇ ਪੈਸੇ ਵੀ ਲਏ ਕਮਾਏ ਨੇ। ਅਸੀਂ ਤੁਹਾਨੂੰ ਆਪਣੇ ਬਚਪਨ ਤੋਂ ਵੇਖਿਆ, ਬੜੇ ਫਿਲਮਾਂ ਦੇ ਵਿੱਚ ਭਰਪੂਰ ਕਿਰਦਾਰ ਅਦਾ ਕੀਤੇ, ਅਤੇ ਉਹ ਪੈਸਿਆਂ ਦਾ ਕੀ ਬਣਿਆ? ਅਦੀਬ ਸਾਹਿਬ ਦੇ ਚਿਹਰੇ ਦੇ ਉੱਤੇ ਇੱਕ ਰੰਗ ਆਇਆ, ਇੱਕ ਗਿਆ। ਮੈਂ ਵੇਖਿਆ ਉਹਨਾਂ ਨੇ ਪੈਰੀਂ ਸਾਦਾ ਜਿਹੀ ਦੇਸੀ ਜੁੱਤੀ ਪਾਈ, ਚਮੜੇ ਦੀ ਜਿਹੜੀ ਆਮ ਮੋਚੀਆਂ ਕੋਲ ਬੁਣਾਈ ਦੀ ਆਪਾਂ, ਅਤੇ ਇੱਕ ਸਾਦਾ ਜਿਹਾ ਜਿਹੜਾ ਸਲਵਾਰ ਕਮੀਜ਼ ਪਾਇਆ ਹੋਇਆ। ਇਹ ਸਾਦਾ ਤੋਂ ਮੁਰਾਦ ਕਹਿ ਲਓ ਕਿ ਕਮ ਕੀਮਤ। ਅਤੇ ਉਹਨਾਂ ਨੇ ਮੈਨੂੰ ਵੇਖਿਆ, ਫਿਰ ਕਹਿਣ ਲੱਗੇ ਕਿ ਮੈਂ ਝੂਠ ਨਹੀਂ ਬੋਲਾਂਗਾ, ਮੈਂ ਸੱਚ ਕਰਾਂਗਾ। ਔਰ ਉਹ ਗੱਲ ਇਹ ਵੇ ਕਿ ਜਿਹੜੇ ਫਿਲਮ ਇੰਡਸਟਰੀ ਦੇ ਲੋਕ ਹੁੰਦੇ ਨੇ ਨਾ, ਇਹਨਾਂ ਨੂੰ ਦੋ ਚੀਜ਼ਾਂ ਦੀ ਲੱਤ ਪੈ ਜਾਂਦੀ, ਇੱਕ ਜੂਏ ਦੀ ਔਰ ਇੱਕ ਔਰਤ ਦੀ। ਅਤੇ ਉਹਨਾਂ ਕਿ ਜਿੱਥੇ ਦੂਜਿਆਂ ਨੂੰ ਇਹ ਸੀ, ਮੈਂ ਵੀ ਇਸ ਬੁਰਾਈ ਦਾ ਸ਼ਿਕਾਰ ਹੋ ਗਿਆ। ਇੱਕ ਉਹਨਾਂ ਨੇ ਫਿਲਮੀ ਜਿਹੜੀ ਐਕਟਰਸ ਸਨ ਉਹਨਾਂ ਦਾ ਨਾਂ ਲਿਆ ਜਿਨ੍ਹਾਂ ਨਾਲ ਸ਼ਾਦੀ ਵੀ ਅਦੀਬ ਸਾਹਿਬ ਨੇ ਕੀਤੀ ਸੀ। ਉਹ ਕਹਿਣ ਲੱਗੇ ਕਿ ਮੇਰਾ ਸਾਰਾ ਕੁਝ ਉਹ ਲੁੱਟ ਕੇ ਲੈ ਗਈ। ਅਤੇ ਜਦੋਂ ਮੈਨੂੰ ਹੋਸ਼ ਆਇਆ ਕਿ ਮੈਨੂੰ ਕੁਝ ਕਰਨਾ ਚਾਹੀਦਾ ਅਤੇ ਉਦੋਂ ਮੇਰੇ ਪੱਲੇ ਕੁਝ ਨਹੀਂ ਸੀ ਰਹਿ ਗਿਆ। ਅਤੇ ਅੱਜ ਹਾਲਾਤ ਇਹ ਨੇ, ਉਹਨਾਂ ਨੇ ਜਦੋਂ ਜਿਹੜੀ ਖਾਤੂਨ ਉਹਨਾਂ ਦੇ ਨਾਲ ਰਹਿ ਰਹੇ ਸੀ, ਉਹਨਾਂ ਦੀ ਬੇਗਮ ਦੇ ਤੌਰ 'ਤੇ ਉਸ ਵਕਤ ਉਹਨਾਂ ਨੇ ਕਿਹਾ ਕਿ ਉਹ ਬੜੀ ਸਾਬਰ ਔਰਤ ਹੈ
ਔਰ ਮੁਸ਼ਕਿਲ ਹਾਲਾਤ ਦੇ ਵਿੱਚ ਜਦੋਂ ਸਭ ਮੈਨੂੰ ਛੱਡ ਗਏ ਤੇ ਉਹ ਮੇਰੇ ਨਾਲ ਹੈ। ਤੇ ਮੈਂ ਅਦੀਪ ਸਾਹਿਬ ਨੂੰ ਇਹ ਪੁੱਛਿਆ ਕਿ ਤੁਸੀਂ ਕਿੰਨੀਆਂ ਕੁ ਫਿਲਮਾਂ 'ਚ ਕੰਮ ਕੀਤਾ? ਉਹਨਾਂ ਨੇ ਉਦੋਂ ਵੀ ਦੱਸਿਆ ਕਿ 1000 ਤੋਂ ਜ਼ਿਆਦਾ ਫਿਲਮਾਂ। ਫਿਰ ਉਹਨਾਂ ਨੇ ਦੱਸਿਆ ਕਿ ਉਹ 1960 ਦੇ ਲਗਭਗ ਇਹ ਪਾਕਿਸਤਾਨ ਆਏ। ਉਸ ਤੋਂ ਪਹਿਲੇ ਉਹ ਇੰਡੀਆ 'ਚ ਸਨ ਔਰ ਬੰਬਈ ਯੂਨੀਵਰਸਿਟੀ 'ਚੋਂ ਉਹਨਾਂ ਨੇ MA ਉਰਦੂ ਕੀਤਾ ਸੀ। ਲੇਕਿਨ ਇੱਥੇ ਪੰਜਾਬੀ ਫਿਲਮਾਂ ਦੇ ਵਿੱਚ ਐਸਾ ਉਹਨਾਂ ਦਾ ਇਹ ਇੱਕ ਕਬੂਲੀਅਤ ਉਹਨਾਂ ਦੀ ਹੋਈ ਕਿ ਉਹਨਾਂ ਨੇ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਔਰ ਉਹਨਾਂ ਨੂੰ ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਯਾਰ ਇਹ ਬੰਦਾ ਬੜਾ ਨਸਤਾਲੀਕ ਹੋਏਗਾ, ਬੜਾ ਧੀਮੇ ਮਿਜ਼ਾਜ ਨਾਲ ਗੱਲ ਕਰਨ ਵਾਲਾ ਹੋਏਗਾ। ਇੰਝ ਹੀ ਲੱਗਦਾ ਸੀ ਕਿ ਬੜਾ ਕਰਖਤ ਔਰ ਕੋਈ ਇਹ ਬੰਦਾ ਜਿਹੜਾ ਕੋਈ ਚੰਗੇ ਮਿਜ਼ਾਜ ਦਾ ਨਹੀਂ ਹੈਗਾ, ਬਦਮਾਸ਼ ਹੀ ਹੋਏਗਾ ਜ਼ਾਤੀ ਜ਼ਿੰਦਗੀ 'ਚ। ਲੇਕਿਨ ਜ਼ਾਤੀ ਜ਼ਿੰਦਗੀ 'ਚ ਅਦੀਪ ਸਾਹਿਬ ਬਹੁਤ ਹੀ ਮੈਨੂੰ ਲੱਗੇ ਕਿ ਨਰਮ। ਮੈਂ ਉਹਦੇ ਉੱਤੇ ਕਾਲਮ ਲਿਖਿਆ ਅਤੇ ਕਾਲਮ ਲਿਖ ਕੇ ਮੈਂ 2-3 ਸ਼ਹਿਰ ਦੇ ਜਿਹੜੇ ਮਾਰੂਫ ਲੋਕ ਸਨ ਉਹਨਾਂ ਨੂੰ ਮੈਂ ਘੱਲਿਆ ਕਿ ਅਦੀਪ ਸਾਹਿਬ ਦੀ ਕੋਈ ਮਦਦ ਹੋ ਜਾਵੇ। ਇੱਕ ਬੰਦੇ ਨੇ 500 ਰੁਪਇਆ ਘੱਲਿਆ ਔਰ ਉਹ ਬੰਦਾ ਉਹ ਸੀ ਜਿਹੜਾ ਸ਼ਹਿਰ ਦੇ ਕਈ ਜਗ੍ਹਾ ਦੇ ਉੱਤੇ ਰਮਜ਼ਾਨੁਲ ਮੁਬਾਰਕ ਦੇ ਵਿੱਚ ਆਟੇ ਦੇ ਤੋੜੇ ਵੰਡਦਾ ਸੀ। ਮੈਂ ਕਿ ਯਾਰ ਤੂੰ ਖੁਦਾ ਦਾ ਖੌਫ ਕਰ ਕਿ ਤੂੰ ਇਹੀ ਸਮਝ ਲੈ ਕਿ ਤੇਰਾ ਵੋਟਰ ਹੈ ਅਤੇ ਕੋਈ 4, 5, 10 ਤੋੜੇ ਆਟੇ ਦੀ ਘੱਲ ਦੇ, ਤੂੰ 500 ਰੁਪਈਆ ਘੱਲਣ ਡਿਆ। ਫਿਰ ਇੱਕ ਚੰਗਾ ਕੰਮ ਜਿਹੜਾ ਹੋਇਆ, ਉਸ ਕਾਨੂੰਨ ਨੂੰ ਪੜ੍ਹ ਕੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਇੱਕ ਨਾਮਵਰ ਹਦਾਇਤਕਾਰ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਸੈਯਦ ਨੂਰ, ਉਹਨਾਂ ਨੇ ਕਾਲਮ ਪੜ੍ਹਿਆ ਅਤੇ ਉਹਨਾਂ ਨੇ ਅਦੀਪ ਸਾਹਿਬ ਨੂੰ ਬੁਲਾਇਆ। ਉਹਨਾਂ ਨੇ ਕਿਹਾ ਕਿ ਜਨਾਬ ਮੇਰੀ ਜਿੰਨੀ ਜ਼ਿੰਦਗੀ ਔਰ ਜਦੋਂ ਤੱਕ ਮੈਂ ਫਿਲਮਾਂ ਬਣਾਉਂਦਾ ਰਹਾਂਗਾ ਮੈਂ ਤੁਹਾਨੂੰ ਉਹਦੇ ਵਿੱਚ ਕਿਰਦਾਰ ਦਿੰਦਾ ਰਹਾਂਗਾ। ਅਤੇ ਉਹਨਾਂ ਨੇ ਅਦੀਪ ਸਾਹਿਬ ਦੀ ਕੋਈ ਵੈਸੇ ਵੀ ਮਦਦ ਕੀਤੀ ਔਰ ਉਸ ਤੋਂ ਬਾਅਦ ਅਸੀਂ ਵੇਖਿਆ ਕਿ ਜਿੰਨੀਆਂ ਵੀ ਸੈਯਦ ਨੂਰ ਸਾਹਿਬ ਨੇ ਫਿਲਮਾਂ ਬਣਾਈਆਂ ਉਹਨਾਂ ਨੇ ਅਦੀਪ ਸਾਹਿਬ ਨੂੰ ਉਹਦੇ ਵਿੱਚ ਕੰਮ ਦਿੱਤਾ। ਅਤੇ ਇਹ ਫਿਰ ਜਦੋਂ ਉਸ ਤੋਂ 3-4 ਸਾਲ ਬਾਅਦ ਉਹ ਅਦੀਪ ਸਾਹਿਬ ਫੌਤ ਹੋ ਗਏ ਅਤੇ ਮੈਨੂੰ ਯਾਦ ਹੈ ਕਿ ਉਹਨਾਂ ਦੇ ਹਾਲਾਤ ਇੰਨੇ ਮਾੜੇ ਸਨ ਕਿ ਉਹਨਾਂ ਦੀ ਜਿਹੜੀ ਬੇਗਮ ਸਨ ਉਹ ਬਾਰ-ਬਾਰ ਮੈਨੂੰ ਫੋਨ ਕਰਦੇ ਸਨ ਅਤੇ ਉਹਨਾਂ ਨੇ ਕਹਿਣਾ ਕਿ ਆਟਾ ਨਹੀਂ ਹਾਲੇ ਤੱਕ ਪਹੁੰਚਿਆ ਘਰ, ਇਹ ਨਹੀਂ ਹੋਇਆ। ਅਤੇ ਮੈਂ ਆਪਣੇ ਆਪ ਤੋਂ ਵੀ ਸ਼ਰਮਿੰਦਾ ਅਤੇ ਮੈਂ ਇਸ ਸਮਾਜ ਤੋਂ ਵੀ ਸ਼ਰਮਿੰਦਾ ਕਿ ਯਾਰ ਅਸੀਂ ਇੱਕ ਸੀਨੀਅਰ ਅਦਾਕਾਰ ਜਿਹੜਾ ਇਸ ਉਮਰ ਦੇ ਵਿੱਚ ਸਾਡੀ ਤਵੱਜੋ, ਸਾਡੀ ਮੁਹੱਬਤ ਦਾ ਮੁਹਤਾਜ ਹੈ, ਅਸੀਂ ਉਹਨੂੰ ਉਹ ਵੀ ਨਹੀਂ ਦੇ ਪਾ ਰਹੇ। ਅਤੇ ਇਹ ਇੱਕ ਅਲਮੀਆ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਸੀਨੀਅਰ ਅਦਾਕਾਰ ਜਿਹੜੇ ਹੈਗੇ ਸਨ। ਮੈਂ ਸੈਯਦ ਨੂਰ ਸਾਹਿਬ ਨੂੰ ਕਿਹਾ ਇੱਕ ਮੁਲਾਕਾਤ ਦੇ ਵਿੱਚ, ਮੈਂ ਕਿ ਇੰਡੀਆ ਦੀਆਂ ਫਿਲਮਾਂ ਬਣਦੀਆਂ ਅਤੇ ਮੈਨੂੰ ਉਹਦੇ 'ਚ ਚੰਗੀ ਗੱਲ ਇਹ ਲੱਗਦੀ ਕਿ ਇੱਕ ਸੀਨ ਖਾਹ ਦਾ ਵਾੜ ਦਿੰਦੇ ਨੇ ਕਿਤੇ ਕਿ ਹੀਰੋ ਹੀਰੋਇਨ ਜਾ ਰਹੇ ਨੇ ਔਰ ਇੱਕ ਮੰਜ਼ਰ ਵਿਖਾਉਂਦੇ ਨੇ, ਇੱਕ ਬਾਬਾ ਬਾਬੀ ਬੈਠੇ ਆਈਸਕ੍ਰੀਮ ਖਾ ਰਹੇ। ਉਹ ਆਮ ਲੋਕ ਨਹੀਂ ਹੁੰਦੇ, ਉਹ ਸੀਨੀਅਰ ਐਕਟਰ ਹੁੰਦੇ ਨੇ ਫਿਲਮ ਇੰਡਸਟਰੀ ਦੇ, ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੁੰਦਾ ਅਤੇ ਫਿਲਮ ਸਾਜ਼ ਜਾਂ ਹਦਾਇਤਕਾਰ ਉਹਨਾਂ ਨੂੰ ਥੋੜ੍ਹਾ ਜਿਹਾ ਮੁਆਵਜ਼ਾ ਦੇਣ ਦਾ ਬਹਾਨਾ ਪਾ ਕੇ ਸੀਨ ਦੇ ਵਿੱਚ ਸ਼ਾਮਲ ਕਰ ਲੈਂਦਾ। ਅਤੇ ਮੈਂ ਕਿਹਾ ਸਾਡੇ ਇੱਥੇ ਫਿਲਮਾਂ ਬਣਦੀਆਂ ਅਤੇ ਇਹ ਕਿਉਂ ਨਹੀਂ ਇੰਝ ਕਰ ਸਕਦੇ? ਅਤੇ ਇਹ ਜਨਾਬ ਕੁਝ ਫਿਲਮੀ ਟ੍ਰੈਂਡਸ ਅਤੇ ਉਹਨਾਂ ਨੇ ਸੈਯਦ ਨੂਰ ਨੇ ਵਾਅਦਾ ਵੀ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਚੀਜ਼ਾਂ ਨੂੰ ਬਿਹਤਰ ਕਰਨ ਦੀ, ਲੇਕਿਨ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਸੀ, ਇਹ ਫਿਲਮ ਇੰਡਸਟਰੀ ਪੂਰੀ ਦਾ ਕੰਮ ਸੀ। ਅਤੇ ਇਹ ਅਦੀਪ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਅੱਜ ਅਸੀਂ ਗੱਲ ਕੀਤੀ। ਮੈਂ ਵਕਤਨ ਫਵਕਤਨ ਹੋਰ ਵੀ ਜਿਨ੍ਹਾਂ ਲੋਕਾਂ ਦੇ ਨਾਲ ਥੋੜ੍ਹਾ ਬਹੁਤ ਤਲਕ ਰਿਹਾ, ਅਗਰਚੇ ਬਹੁਤ ਜ਼ਿਆਦਾ ਲੋਕ ਨਹੀਂ ਹੈਗੇ ਜੇ ਫਿਲਮ ਇੰਡਸਟਰੀ ਦੇ ਜਿਨ੍ਹਾਂ ਨਾਲ ਮੇਰਾ ਰਿਹਾ, ਲੇਕਿਨ ਕੁਝ ਐਸੇ ਲੋਕ ਹੈਗੇ ਨੇ ਕਿ ਜਿਨ੍ਹਾਂ ਕੋਲ ਬਹੁਤ ਕੁਝ ਸੀ ਕਹਿਣ ਵਾਸਤੇ ਔਰ ਉਹ ਦੱਸ ਨਹੀਂ ਸਕੇ, ਲੇਕਿਨ ਮੇਰੇ ਨਾਲ ਉਹਨਾਂ ਨੇ ਸ਼ੇਅਰ ਕੀਤੀਆਂ ਕੁਝ ਚੀਜ਼ਾਂ। ਜੂਨੀਅਰ ਸਮਝ ਕੇ, ਆਪਣਾ ਕੁਲੀਗ ਸਮਝ ਕੇ ਬਹੁਤ ਸਾਰੇ ਲੋਕ ਸਾਡੇ ਕੋਲ ਕਾਲਮ ਲਿਖਦੇ ਰਹੇ ਫਿਲਮ ਇੰਡਸਟਰੀ ਦੇ ਐਸੇ, ਅਤੇ ਉਹਨਾਂ ਦੇ ਰਾਹੀਂ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ। ਅਤੇ ਅਦੀਪ ਸਾਹਿਬ ਦੀ ਜਿਹੜੀ ਜ਼ਿੰਦਗੀ ਉਹ 2007 'ਚ ਜਦੋਂ ਮਰੇ ਅਤੇ ਕਸਮ ਪੁਰਸੀ ਦੇ ਸ਼ਿਕਾਰ ਹੋ ਕੇ, ਅਤੇ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਅਤੇ ਪਾਕਿਸਤਾਨ ਫਿਲਮ ਇੰਡਸਟਰੀ ਜਨਾਬ ਆਪਣੇ ਪੈਰਾਂ 'ਤੇ ਫੇਰ ਖਲੋਵੇ। ਅਸੀਂ ਦੁਆ ਕਰਨੇ ਹਾਂ ਔਰ ਇੱਥੇ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਵੱਲ ਤਵੱਜੋ ਦਿਵਾਉਂਦੇ ਹਾਂ, ਹਕੂਮਤ ਦੀ ਵੀ ਔਰ ਸਮਾਜ ਦੀ ਵੀ, ਕਿ ਇਹ ਸਾਡਾ ਅਸਾਸਾ ਨੇ, ਇਹਨਾਂ ਦੇ ਵਜ੍ਹਾ ਨਾਲ ਸਾਡਾ ਕਲਚਰ ਜਿਹੜਾ ਹੈ ਉਹ ਫਰੋਗ ਪਾਉਂਦਾ ਰਿਹਾ ਵੇ, ਅੱਗੇ ਵਧਿਆ ਵੇ। ਅਤੇ ਇਹ ਲੋਕ ਜੇ ਮਿਟ ਗਏ ਔਰ ਬੇਆਸਰਾ ਰਹਿ ਗਏ ਅਤੇ ਇਹ ਕਲਚਰ ਵੀ ਸਮਝੋ ਤੁਸੀਂ ਕਿ ਬੇਆਸਰਾ ਹੋ ਜਾਏਗਾ। ਅਤੇ ਇਸੇ ਖਿਆਲ ਦੇ ਨਾਲ ਜਨਾਬ ਜੀਂਦੇ ਰਹੋ, ਵਸਦੇ ਰਹੋ ਅਤੇ ਆਪਣੀ ਜ਼ਿੰਦਗੀ ਦੇ ਦਾਇਰੇ ਦੇ ਵਿੱਚ ਜਿਹੜਾ ਤੁਸੀਂ ਕੰਮ ਕਰਨ ਡਏ ਜੇ ਉਹ ਚੰਗੇ ਤਰੀਕੇ ਨਾਲ ਕਰਦੇ ਰਹੋ।